ਡੀਅਰ ਸਟੂਡੈਂਟਸ ਗੁੱਡ ਮॉर्निंग। इस वीडियो ਦੇ ਵਿੱਚ ਅੱਜ ਅਸੀਂ 10th ਜਮਾਤ ਦੇ ਮੈਥ ਦਾ ਫਸਟ ਚੈਪਟਰ ਸਟਾਰਟ ਕਰਾਂਗੇ। ਐਕਸਰਸਾਈਜ਼ 1.1 ਇਸ ਵੀਡੀਓ ਦੇ ਵਿੱਚ ਕਰਾਂਗੇ। ਇਹ ਜੋ ਮੈਥ ਹੈ NCERT ਵੱਲੋਂ ਅਪਰੂਵ ਕੀਤਾ ਗਿਆ, ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਵੀ ਲਗਾਇਆ ਗਿਆ। NCERT ਦੇ ਸਟੂਡੈਂਟ ਜੋ ਜਿਸ ਬੋਰਡ ਦੇ ਵਿੱਚ ਵੀ ਇਹ ਮੈਥ ਲਗਾਇਆ ਗਿਆ ਉਹ ਸਾਰੇ ਸਟੂਡੈਂਟਸ ਇਸ ਵੀਡੀਓ ਨੂੰ ਦੇਖ ਸਕਦੇ ਨੇ। ਜੋ ਫਸਟ ਚੈਪਟਰ ਹੈ ਸਾਡੇ ਕੋਲ ਚੈਪਟਰ ਨੰਬਰ 1 ਰੀਅਲ ਨੰਬਰ ਯਾਨੀ ਕਿ ਵਾਸਤਵਿਕ ਸੰਖਿਆਵਾਂ। ਇਹਦੇ ਵਿੱਚ ਜੋ ਫਸਟ ਐਕਸਰਸਾਈਜ਼ ਹੈ ਉਹਦੇ ਵਿੱਚ ਯੂਕਲਿਡ ਐਲਗੋਰਿਥਮ ਦੀ ਗੱਲ ਕੀਤੀ ਗਈ ਹੈ। ਭਾਵ ਜੋ ਯੂਕਲਿਡ ਵੰਡ ਐਲਗੋਰਿਥਮ ਹੈ, ਯੂਕਲਿਡ ਵੰਡ ਐਲਗੋਰਿਥਮ ਸਾਨੂੰ ਆਖਦੀ ਹੈ ਕਿ ਡਿਵਾਈਡੈਂਟ ਇਜ਼ ਇਕੁਅਲ ਟੂ ਡਿਵਾਈਜ਼ਰ ਮਲਟੀਪਲਾਈ ਬਾਈ ਕੋਸ਼ੈਂਟ ਪਲੱਸ ਰਿਮਾਈਂਡਰ, ਯਾਨੀ ਕਿ ਭਾਜ ਬਰਾਬਰ ਹੈ ਭਾਗਫਲ ਗੁਣਾ ਭਾਜਕ ਜੋੜ ਬਾਕੀ। ਇਹ ਸਾਡੇ ਕੋਲ ਯੂਕਲਿਡ ਵੰਡ ਐਲਗੋਰਿਥਮ ਦਾ ਫਾਰਮੂਲਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਜਦ ਅਸੀਂ ਕਿਸੇ ਚੀਜ਼ ਨੂੰ ਦੇਖੋ ਇੱਥੇ ਇਸ ਸਾਈਡ ਤੇ ਅਸੀਂ ਰਫ ਵਰਕ ਕਰਾਂਗੇ। ਮੰਨ ਕੇ ਚੱਲੋ ਅਸੀਂ ਨੇ ਕੁਛ ਚੀਜ਼ ਦਾ ਡਿਵਾਈਡ ਕਰ ਰਹੇ ਹਾਂ ਜੀ। ਮੰਨ ਕੇ ਚੱਲੋ ਅਸੀਂ 13 ਨੂੰ ਡਿਵਾਈਡ ਕਰ ਰਹੇ ਹਾਂ 2 ਤੇ, ਤਾਂ ਜਦ ਅਸੀਂ ਇਹਨੂੰ 2 ਤੇ ਡਿਵਾਈਡ ਕਰਦੇ ਹਾਂ 12 6 ਤੇ ਚਲਾ ਜਾਵੇਗਾ। ਉਸ ਤੋਂ ਬਾਅਦ ਸਾਡੇ ਕੋਲ ਇੱਥੇ 1 ਰਿਮਾਈਂਡਰ ਹੈ। ਇਹੀ ਡਿਵਾਈਜ਼ਰ ਹੈ, ਇਹ ਕੀ ਹੈ ਕੋਸ਼ੈਂਟ ਅਤੇ ਇਹ ਹੈ ਰਿਮਾਈਂਡਰ। ਤਾਂ ਅਸੀਂ ਨੇ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਇਹ ਐਡ ਕਰ ਦਾਂਗੇ ਤਾਂ ਕਿੰਨਾ ਬਣੇਗਾ 13, ਯਾਨੀ ਕਿ 13 ਇਕੁਅਲ ਹੈ, ਜਿਹੜਾ 13 ਹੈ ਉਹ ਕਾਹਦੇ ਇਕੁਅਲ ਹੈ ਭਾਜਕ ਯਾਨੀ ਕਿ ਡਿਵਾਈਜ਼ਰ ਅਤੇ ਕੋਸ਼ੈਂਟ ਦੀ ਮਲਟੀਪਲਾਈ ਦੇ। ਇਹਦੀ ਮਲਟੀਪਲਾਈ 2 × 6 + 1 ਰਿਮਾਈਂਡਰ ਐਡ ਹੋ ਗਿਆ ਤਾਂ ਇਹ ਕਿੰਨਾ ਬਣੇਗਾ 12 + 1 12 + 1 ਇਜ਼ ਇਕੁਅਲ ਟੂ 13। ਮਤਲਬ ਮੀਨਸ 13 ਇਸ ਤਰ੍ਹਾਂ ਬਣਿਆ ਸਾਨੂੰ ਯੂਕਲਿਡ ਐਲਗੋਰਿਥਮ ਇਹ ਗੱਲ ਆਖ ਰਿਹਾ ਹੈ। ਉਸ ਤੋਂ ਬਾਅਦ ਅਸੀਂ ਇਸ ਸਵਾਲ ਨੂੰ ਸੋਲਵ ਕਰਾਂਗੇ। ਜੋ ਫਸਟ ਸਵਾਲ ਹੈ ਸਾਡੇ ਕੋਲ ਇਸ ਐਕਸਰਸਾਈਜ਼ ਦਾ, ਯੂਜ਼ ਯੂਕਲਿਡ ਡਿਵੀਜ਼ਨ ਐਲਗੋਰਿਥਮ ਟੂ ਫਾਈਂਡ ਦਾ HCF ਆਫ 135 ਐਂਡ 225। 135 ਐਂਡ 225 ਇਹਨਾਂ ਦੋ ਸੰਖਿਆਵਾਂ ਤਾਂ ਅਸੀਂ ਨੇ HCF ਯਾਨੀ ਕਿ ਮੰਮਾ ਸਵਾ ਪਤਾ ਕਰਨਾ ਹੈ। ਤਾਂ ਇਹਦੇ ਲਈ ਤੁਹਾਨੂੰ ਰਫ ਵਰਕ ਦੇਖੋ, ਸਿੰਪਲ ਵੇ ਦੱਸ ਦਿੰਦੇ ਹਾਂ, ਬੜਾ ਈਜ਼ੀ ਹੈ। ਵੈਸੇ ਤੁਸੀਂ ਕਨਫਿਊਜ਼ ਹੋ ਜਾਓਗੇ ਬਟ ਅਸੀਂ ਸਿੰਪਲ ਵੇ ਦੱਸਾਂਗੇ। ਜੋ ਵੱਡੀ ਸੰਖਿਆ ਉਸ ਨੂੰ ਵਿੱਚ ਰੱਖੋ, ਛੋਟੀ ਹੈ ਜਿਹੜੀ ਉਹਨੂੰ ਬਾਹਰ ਰੱਖ ਕੇ ਸਿੰਪਲ ਡਿਵਾਈਡ ਕਰੋ। ਪਹਿਲਾਂ ਜਦ ਇਹਨੂੰ ਅਸੀਂ ਡਿਵਾਈਡ ਕਰਾਂਗੇ 1 ਤੇ ਚਲਾ ਜਾਵੇਗਾ, ਇੱਥੇ ਸਾਡੇ ਕੋਲ 1 ਆਵੇਗਾ, ਜੋ ਕੋਸ਼ੈਂਟ 1 ਹੋਵੇਗਾ। ਇਸ ਨੂੰ ਮਲਟੀਪਲਾਈ ਕਰਾਂਗੇ 0 ਐਂਡ 9, ਦੈਟਸ ਰਾਈਟ। ਐਂਡ ਨੈਕਸਟ ਹੁਣ ਸਾਡੇ ਕੋਲ ਜਿਹੜਾ ਇਹ ਰਿਮਾਈਂਡਰ ਆਇਆ ਸੀ, ਇਹ ਰਿਮਾਈਂਡਰ ਨੂੰ ਅਸੀਂ ਨੇ ਡਿਵਾਈਜ਼ਰ ਲੈਟ ਕਰ ਲੈਣਾ। ਡਿਵਾਈਜ਼ਰ ਲੈਟ ਕਰਕੇ ਜਿਹੜਾ ਸਾਡੇ ਕੋਲ ਡਿਵਾਈਜ਼ਰ ਸੀ ਉਸ ਨੂੰ ਅਸੀਂ ਡਿਵਾਈਡੈਂਡ ਲੈਟ ਕਰਾਂਗੇ ਇਸ ਤਰੀਕੇ ਨਾਲ। ਹੁਣ ਅਸੀਂ ਅੱਗੇ ਇਹਨੂੰ ਡਿਵਾਈਡ ਕਰਾਂਗੇ 90 ਤੇ। 90 ਤੇ ਡਿਵਾਈਡ ਕਰਨ ਤੇ ਸਾਡੇ ਕੋਲ ਇਹ 1 ਤੇ ਚਲਾ ਜਾਵੇਗਾ। ਉਸ ਤੋਂ ਬਾਅਦ ਸਾਡੇ ਕੋਲ ਇੱਥੇ ਇਹਨੂੰ ਮਾਈਨਸ ਕਰਕੇ ਆਵੇਗਾ 45। 45 ਅੱਗੇ 9 ਨੂੰ 3 ਨੂੰ ਡਿਵਾਈਡ ਕਰਾਂਗੇ। 90 ਹੈ ਜਿਹੜਾ ਸਾਡੇ ਕੋਲ, 90 ਨੂੰ ਜਦ ਅਸੀਂ ਡਿਵਾਈਡ ਕਰਾਂਗੇ ਇਹ ਕੰਪਲੀਟਲੀ ਡਿਵਾਈਡ ਹੋ ਜਾਵੇਗਾ 2 ਤੇ 0। ਦੇਖੋ ਜਦ ਸਾਡੇ ਕੋਲ 0 ਬਣ ਜੇ ਇਹਦਾ ਮਤਲਬ ਜਦ ਸਾਡੇ ਕੋਲ 0 ਬਣੀ ਹੈ ਉਸ ਸਮੇਂ ਜਿਹੜੀ ਚੀਜ਼ ਸਾਡਾ ਡਿਵਾਈਜ਼ਰ ਸੀ ਭਾਜਕ ਸੀ ਉਹ ਸਾਡਾ ਕੀ ਹੋਵੇਗਾ HCF ਯਾਨੀ ਕਿ ਮੰਮਾ ਸਵਾਬ ਹੋ ਗਿਆ। ਦੇਖੋ ਸਾਨੂੰ ਉੱਤਰ ਦਾ ਪਤਾ ਲੱਗ ਗਿਆ। ਸਿੰਪਲ ਇਹ ਅਸੀਂ ਨੇ ਡਿਵੀਜ਼ਨ ਮੈਥਡ ਵਰਤਿਆ। ਵਟ ਐਲਗੋਰਿਥਮ ਜਦ ਅਸੀਂ ਇਹਨੂੰ ਯੂਕਲਿਡ ਐਲਗੋਰਿਥਮ ਦੇ ਵਿੱਚ ਲਿਖਾਂਗੇ ਤਾਂ ਸਾਡਾ ਲਿਖਣ ਦਾ ਤਰੀਕਾ ਹੋਵੇਗਾ ਕਿ ਡਿਵਾਈਡੈਂਟ ਮੀਨਸ ਭਾਜ ਇਕੁਅਲ ਟੂ ਹੈ ਭਾਗਫਲ ਮਲਟੀਪਲਾਈ ਬਾਈ ਭਾਜਕ ਜੋੜ ਬਾਕੀ, ਯਾਨੀ ਕਿ ਡਿਵਾਈਡੈਂਟ ਇਜ਼ ਇਕੁਅਲ ਟੂ ਡਿਵਾਈਜ਼ਰ ਮਲਟੀਪਲਾਈ ਬਾਈ ਕੋਸ਼ੈਂਟ ਪਲੱਸ ਰਿਮਾਈਂਡਰ। ਤਾਂ ਹੁਣ ਇੱਥੇ ਦੇਖੋ ਡਿਵਾਈਡੈਂਟ ਇਹ ਸੀ ਤਾਂ ਇਹਨੂੰ ਅਸੀਂ ਨੇ ਇਹਨਾਂ ਦੋਨਾਂ ਦੀ ਮਲਟੀਪਲਾਈ ਕੀਤੀ, ਇੱਥੇ ਮਲਟੀਪਲਾਈ ਕੀਤੀ ਤਾਂ ਪਲੱਸ ਇਹਨੂੰ ਮਲਟੀਪਲਾਈ ਕੀਤੀ 1 ਦੇ ਨਾਲ, ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰੋ ਐਡ ਕਰੋ ਰਿਮਾਈਂਡਰ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਨੇ ਕੀ ਕੀਤਾ ਜਿਹੜਾ ਸਾਡੇ ਕੋਲ ਇਹ ਸੀ ਇੱਥੇ, ਉਸ ਤੋਂ ਬਾਅਦ ਨੈਕਸਟ ਅਸੀਂ ਨੇ ਡਿਵਾਈਡੈਂਟ ਕਿਹੜਾ ਮੰਨ ਲਿਆ 135, ਇੱਥੇ ਡਿਵਾਈਜ਼ਰ ਕਿਹੜਾ ਸਾਡੇ ਕੋਲ 90 ਮਲਟੀਪਲਾਈ ਬਾਈ 1, ਰਿਮਾਈਂਡਰ ਕਿੰਨਾ ਹੈ ਸਾਡੇ ਕੋਲ 45। ਨੈਕਸਟ ਹੋਵੇਗਾ ਹੁਣ ਅਸੀਂ ਇੱਥੇ ਡਿਵਾਈਡੈਂਟ ਕਿਸ ਨੂੰ ਲੈਟ ਕੀਤਾ, ਦੇਖੋ ਇਹਦੇ ਵਿੱਚ ਡਿਵਾਈਡੈਂਟ ਕਿਹਨੂੰ ਲੈਟ ਕੀਤਾ ਸੀ 90 ਨੂੰ, ਯਾਨੀ ਕਿ ਇਹਨੂੰ 90 ਬਰਾਬਰ ਕਾਦੇ ਹੋਵੇਗਾ ਦੇਖੋ 90 ਹੈ ਉਹ ਇਕੁਅਲ ਟੂ ਹੋਵੇਗਾ 45 ਮਲਟੀਪਲਾਈ ਬਾਈ 2 ਰਿਮਾਈਂਡਰ 0। ਜਦ ਰਿਮਾਈਂਡਰ 0 ਆ ਗਿਆ ਤਾਂ ਸਾਡਾ ਉੱਥੇ ਇਹ ਕੰਪਲੀਟ ਹੋ ਜਾਂਦਾ ਸਵਾਲ। ਦੇਖੋ ਹੁਣ ਜਦ ਰਿਮਾਈਂਡਰ 0 ਆਇਆ ਉਸ ਸਮੇਂ ਡਿਵਾਈਜ਼ਰ ਕੀ ਸੀ, ਡਿਵਾਈਜ਼ਰ ਕਿੰਨਾ ਹੈ ਸਾਡੇ ਕੋਲ 45।
ਤਾਂ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਮੰਮਾ ਸੱਸਾ ਵਾਵਾ ਯਾਨੀ ਕਿ HCF ਹੋਵੇਗਾ ਸਾਡਾ 45। ਇਹ ਸਾਡਾ ਰਾਈਟ ਆਨਸਰ ਹੋਵੇਗਾ। ਇਸ ਤਰੀਕੇ ਨਾਲ ਅਸੀਂ ਇਹ ਸਵਾਲ ਸੋਲਵ ਕਰਨੇ ਹੁੰਦੇ ਨੇ। ਬਾਕੀ ਜੋ ਇਹਦੇ ਨਾਲ ਦੇ ਸੈਕੰਡ ਅਤੇ ਥਰਡ ਪਾਰਟ ਹੈ ਉਹ ਤੁਸੀਂ ਖੁਦ ਕਰਿਓ, ਬਿਲਕੁਲ ਇਸੇ ਤਰੀਕੇ ਨਾਲ ਉਹ ਸੋਲਵ ਕਰਨੇ ਨੇ। ਨੈਕਸਟ ਪਾਰਟ ਇਜ਼, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੋ ਯੂਕਲਿਡ ਮੈਥਡ ਹੈ ਹੁੰਦਾ ਹੈਗਾ, ਯੂਕਲਿਡ ਐਲਗੋਰਿਦਮ ਹੈ ਜਿਹੜੀ, ਮੀਨਸ ਜੋ ਯੂਕਲਿਡ ਵਨ ਐਲਗੋਰਿਦਮ ਹੈ ਉਸ ਦਾ ਫਾਰਮੂਲਾ ਹੁੰਦਾ ਕਿ A ਮੀਨਸ ਜੋ ਡਿਵਾਈਡੈਂਡ ਹੈ ਉਹ ਇਕੁਅਲ ਟੂ ਹੁੰਦਾ VQ ਪਲੱਸ R ਦੇ। ਠੀਕ ਹੈ ਜੀ, A ਇਕੁਅਲ ਟੂ ਹੁੰਦਾ VQ ਪਲੱਸ R ਦੇ। ਤਾਂ ਇੱਥੇ ਸਾਡੇ ਕੋਲ ਇਹ ਹੁੰਦਾ ਡਿਵਾਈਡੈਂਡ, ਇਹ ਹੁੰਦਾ ਡਿਵਾਈਜ਼ਰ, ਇਹ ਹੁੰਦਾ ਕੋਸ਼ੈਂਟ, ਇਹ ਹੁੰਦਾ ਰਿਮਾਈਂਡਰ। ਤਾਂ ਇੱਥੇ ਅਸੀਂ ਜੇਕਰ ਗਿਵਨ ਸਟੇਟਮੈਂਟ ਦੇ ਅਕੋਰਡਿੰਗ ਕੰਪੇਅਰ ਕਰੀਏ, ਦੇਖੋ ਸਾਨੂੰ ਗਿਵਨ ਸਟੇਟਮੈਂਟਸ ਇਹ ਨੇ, ਇਸ ਤਰੀਕੇ ਨਾਲ ਇਹ ਚੀਜ਼ ਅਸੀਂ ਸ਼ੋ ਕਰਨੀ ਹੈ। ਤਾਂ ਇੱਥੇ ਜੀ ਅਸੀਂ ਕੀ ਕਰਾਂਗੇ, ਲੈਟ A V any positive integer, ਮੰਨ ਲਓ A ਕੋਈ ਸੰਪੂਰਨ ਸੰਖਿਆ ਹੈ, ਸੰਪੂਰਨ ਸੰਖਿਆ ਹੈ। ਜੇਕਰ ਅਸੀਂ ਇਹ ਮੰਨ ਲਿਆ ਵੀ ਇਹ ਕੋਈ ਸੰਪੂਰਨ ਸੰਖਿਆ ਹੈ ਤਾਂ ਇਟ ਮੀਨਸ ਇਹ ਇਸ ਵਨ ਐਲਗੋਰਿਦਮ ਨੂੰ ਅਪਲਾਈ ਹੋ ਸਕਦਾ ਹੈ, ਇਹਦੇ ਵਿੱਚ ਲਾਈਕ ਕਰੇਗੀ। ਤਾਂ ਇਹਨੂੰ ਜਦ ਅਸੀਂ ਇਹਦੇ ਨਾਲ ਕੰਪੇਅਰ ਕਰਾਂਗੇ, ਮੰਨ ਕੇ ਚਲੋ ਇਹ ਇਕੁਅਲ ਟੂ A ਰੱਖ ਲੈਂਦੇ ਆ, A ਹੈ ਤਾਂ B ਕਿੰਨਾ ਆ ਜਾਵੇਗਾ ਸਾਡੇ ਕੋਲ 6, B ਕਿੰਨਾ ਹੋਵੇਗਾ 6। ਐਂਡ we know that ਅਸੀਂ ਜਾਣਦੇ ਹਾਂ ਕਿ ਜੋ ਰਿਮਾਈਂਡਰ ਹੁੰਦਾ ਹੈ ਉਹ ਲੈਸ ਦੈਨ V ਹੁੰਦਾ ਹੈ, ਇਕੁਅਲ ਟੂ 0 ਹੁੰਦਾ ਹੈ। ਮੀਨਸ ਇਹ ਕਿੰਨਾ ਹੋਵੇਗਾ, ਜੋ ਸਾਡਾ ਰਿਮਾਈਂਡਰ ਹੋਵੇਗਾ ਉਹ 0 ਲੈਸ ਦੈਨ ਇਕੁਅਲ ਟੂ R ਰਿਮਾਈਂਡਰ ਹੈ ਤੇ V ਦਾ ਮੁੱਲ ਸਾਨੂੰ ਕਿੰਨਾ 6। V ਦਾ ਮੁੱਲ ਦੇਖੋ ਸਾਨੂੰ ਇੱਥੇ ਪਤਾ ਲੱਗ ਗਿਆ ਨਾ 6, ਤਾਂ 6 ਲਿਖ ਲਿਆ। ਹੁਣ ਇੱਕ ਵਾਰ ਇਹਨੂੰ ਪੰਜਾਬੀ ਮੀਡੀਅਮ ਵਾਲੇ ਵੀ ਸਮਝ ਲਓ, ਮੰਨ ਕੇ ਚਲੋ B ਸਾਡੇ ਕੋਲ 6 ਹੈ ਤੇ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਜਾਣਦੇ ਹਾਂ ਕਿ ਜਿਹੜਾ ਵਾਕੀ ਹੁੰਦਾ ਹੈ ਉਹ V ਦੇ ਤੋਂ ਲੈਸ ਹੁੰਦਾ ਹੈ ਜਾਂ ਇਕੁਅਲ ਟੂ 0 ਹੁੰਦਾ ਹੈ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਇਟ ਮੀਨਸ ਇਹ ਹੋਵੇਗਾ, ਇਹ ਵਿੱਚ ਲਾਈ ਕਰੇਗਾ 6 ਤੇ, ਇਸ ਲਈ ਰਿਮਾਈਂਡਰ ਕਿੰਨਾ ਹੋ ਸਕਦਾ ਹੈ, ਰਿਮਾਈਂਡਰ ਸਾਡੇ ਕੋਲ ਹੋ ਸਕਦਾ ਹੈ ਜੀ 0 1 2 3 4 ਐਂਡ 5 ਤੱਕ ਹੋ ਸਕਦਾ ਹੈ। 5 ਤੋਂ ਵੱਡਾ ਤਾਂ 6 ਹੋ ਜਾਏਗਾ, 6 ਦੇ ਇਕੁਅਲ ਵੀ ਨਹੀਂ ਹੋ ਸਕਦਾ, 6 ਤੋਂ ਹਮੇਸ਼ਾ ਲੈਸ ਹੀ ਹੋਵੇਗਾ। ਇਸ ਲਈ ਇਹ ਸਾਡੇ ਕੀ ਨੇ, ਰਿਮਾਈਂਡਰਸ ਹੋ ਸਕਦੇ ਨੇ। ਜਦ ਇਹ ਰਿਮਾਈਂਡਰ ਹੋਣਗੇ ਤਾਂ ਦੇਖੋ A ਬਰਾਬਰ VQ ਪਲੱਸ R ਇਹ ਫਾਰਮੂਲਾ ਹੈ। ਤਾਂ ਇਹਦੇ ਵਿੱਚ A ਨੂੰ A ਲਿਖੋ, ਠੀਕ ਹੈ, ਜਾਂ ਇਹਨੂੰ ਨਹੀਂ ਵੀ ਲਿਖਣ ਦੀ ਲੋੜ, ਡਾਇਰੈਕਟ ਤੁਸੀਂ ਪੁੱਟ ਕਰ ਲਿਓ। B ਦਾ ਮੁੱਲ ਹੈ ਸਾਡੇ ਕੋਲ 6Q ਪਲੱਸ, ਜੇਕਰ ਰਿਮਾਈਂਡਰ 0 ਭਰ ਦਿੱਤਾ ਇਹ ਸਟੇਟਮੈਂਟ ਬਣ ਗਈ। ਜਾਂ ਫਿਰ ਸਟੇਟਮੈਂਟ ਕੀ ਬਣ ਸਕਦੀ ਸੀ, 6Q ਪਲੱਸ ਰਿਮਾਈਂਡਰ ਨੂੰ ਕਿੰਨਾ ਭਰ ਸਕਦੇ ਸੀ 1 ਅਪ ਟੂ 5 ਭਰ ਕੇ ਦੇਖ ਲਓ। ਉਸ ਤੋਂ ਬਾਅਦ 3 ਵਾਲਾ ਕੀ ਹੈ, ਆਡ ਹੈਗਾ। ਉਸ ਤੋਂ ਬਾਅਦ ਜਦ ਅਸੀਂ 4 ਭਰਾਂਗੇ ਤਾਂ ਇਹ ਕੀ ਹੋ ਜਾਏਗਾ, ਈਵਨ ਹੋ ਗਿਆ। ਤਾਂ ਓਨਲੀ ਆਡ ਵਾਲੇ ਕੰਸੀਡਰ ਕਰਨੇ ਨੇ ਅਸੀਂ, ਇਟ ਮੀਨਸ ਇਹ ਕੀ ਹੋਵੇਗਾ 6Q ਪਲੱਸ 1 ਹੋ ਸਕਦੇ ਆ, ਤਾਂ ਇਹ ਤੇ ਆਡ ਬਣ ਰਿਹਾ, ਜਾਂ ਫਿਰ ਇਹ 6Q ਪਲੱਸ 3 ਹੋ ਸਕਦਾ ਹੈ। ਇਸ ਤਰ੍ਹਾਂ ਅਸੀਂ ਸਿੱਧ ਕੀਤਾ ਹੈ ਕਿ 6Q ਪਲੱਸ 3 ਹੀ ਹੋਵੇਗਾ। ਹੈਂਸ ਪ੍ਰੂਵਡ, ਇੰਗਲਿਸ਼ ਵਾਲੀ ਗੱਲ ਲਿਖ ਸਕਦੇ ਨੇ ਵੀ ਹੈਂਸ ਪ੍ਰੂਵਡ, ਇਸ ਤਰ੍ਹਾਂ ਅਸੀਂ ਨੇ ਪ੍ਰੂਵ ਕੀਤਾ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਸਵਾਲ ਤੁਸੀਂ ਨੇ ਸੋਲਵ ਕਰਨੇ ਸੀ। ਉਸ ਤੋਂ ਬਾਅਦ ਅਸੀਂ ਥਰਡ ਪਾਰਟ ਡਿਸਕਸ ਕਰਾਂਗੇ। जो नेक्स्ट पार्ट है वो स्टेटमेंट है, एन आर्मी कॉन्टिजेंट ऑफ 16 members is to march behind an army van of 32 members in a parade. The two groups are to march in same number of columns. What is the maximum number of columns in which they can march? ਭਾਵ ਇੱਕ ਆਰਮੀ ਦੀ ਪਰੇਡ ਹੋਣੀ ਹੈ ਜਿਹਦੇ ਵਿੱਚ ਟੋਟਲ ਮੈਂਬਰਸ ਨੇ ਜਿਹੜੇ ਉਹ 616 ਨੇ ਅਤੇ ਉਹਨਾਂ ਨੇ
ਇੱਕ ਇਸ ਤਰ੍ਹਾਂ ਦਾ ਸਮੂਹ ਤਿਆਰ ਕਰਨਾ ਜਿਹਦੇ ਵਿੱਚ ਉਹ ਸਾਰੇ ਇਕੁਅਲ ਗਿਣਤੀ ਦੇ ਵਿੱਚ ਆਉਣ। ਭਾਵ ਇੱਥੇ ਜੋ ਸਾਡੇ ਕੋਲ ਦੋ ਨੰਬਰ ਨੇ 616 ਅਤੇ 32, ਇਹਨਾਂ ਦੋਨਾਂ ਨੰਬਰਸ ਦਾ ਅਸੀਂ HCF ਫਾਈਂਡ ਕਰਾਂਗੇ। HCF ਫਾਈਂਡ ਕਰਨ ਦੇ ਲਈ ਸਾਨੂੰ ਯੂਕਲਿਡ ਐਲਗੋਰਿਦਮ ਵਿਧੀ ਦੀ ਵਰਤੋਂ ਕਰਨੀ ਪਵੇਗੀ। ਸਭ ਤੋਂ ਪਹਿਲਾਂ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਰਫ ਵਰਕ ਕਰੋ। ਰਫ ਵਰਕ ਦੇ ਵਿੱਚ ਸਿੰਪਲ ਡਿਵਾਈਡੇਸ਼ਨ ਵਿਧੀ ਦੇ ਰਾਹੀਂ ਅਸੀਂ HCF ਇੱਕ ਵਾਰ ਫਾਈਂਡ ਕਰ ਲੈਂਦੇ ਹਾਂ। ਉਸ ਤੋਂ ਬਾਅਦ ਅਸੀਂ ਇਹਨੂੰ ਐਲਗੋਰਿਦਮ ਵਿਧੀ ਦੇ ਵਿੱਚ ਲਿਖ ਦਾਂਗੇ। ਦੇਖੋ ਜੀ 616 ਜੋ ਵੱਡੀ ਸੰਖਿਆ ਹੋਵੇ ਉਹਨੂੰ ਵਿੱਚ ਲਿਖਦੇ ਹਾਂ ਤੇ ਜੋ ਵਾਰ ਹੈ ਉਸ ਨੂੰ ਅਸੀਂ ਛੋਟੀ ਲਿਖਦੇ ਹਾਂ HCF ਫਾਈਂਡ ਕਰਨ ਵੇਲੇ। ਸਭ ਤੋਂ ਪਹਿਲਾਂ ਜਦ ਅਸੀਂ ਇਹਨੂੰ ਦੇਖੋ 32 ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਆਵੇਗਾ 608 ਤੇ ਚਲਾ ਜਾਵੇਗਾ। ਇਹ ਚਲਾ ਜਾਵੇਗਾ ਜੀ ਸਾਡੇ ਕੋਲ 19 ਤੇ। ਉਸ ਤੋਂ ਬਾਅਦ ਇਹਨੂੰ ਮਾਈਨਸ ਕਰਕੇ 8 ਬਚਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ 8 ਬਚਦੇ ਤਾਂ ਇੱਥੇ ਜਦ ਅਸੀਂ ਇਹਨੂੰ ਵਿੱਚ ਡਿਵਾਈਡ ਕਰਾਂਗੇ ਇਸ ਤਰੀਕੇ ਨਾਲ ਤਾਂ ਇੱਥੇ ਸਾਡੇ ਕੋਲ ਇਹ ਕੰਪਲੀਟ ਡਿਵਾਈਡ ਹੋ ਜਾਵੇਗਾ। 4 ਤੇ ਚਲਾ ਗਿਆ, ਜਿੱਥੇ 0 ਆ ਗਿਆ ਰਿਮਾਈਂਡਰ ਜਿੱਥੇ 0 ਆ ਗਿਆ ਉਸ ਸਮੇਂ ਜੋ ਡਿਵਾਈਜ਼ਰ ਸੀ ਉਹ ਸਾਡਾ ਕੀ ਹੁੰਦਾ HCF ਹੁੰਦਾ। ਤਾਂ ਦੇਖੋ ਇਸ ਤਰੀਕੇ ਨਾਲ ਇਹਨੂੰ ਲਿਖ ਵੀ ਸਕਦੇ ਹਾਂ। ਅਸੀਂ ਲਿਖਾਂਗੇ ਕਿਵੇਂ, ਸਭ ਤੋਂ ਪਹਿਲਾਂ ਡਿਵਾਈਡੈਂਡ ਕੀ ਸੀ, ਪਹਿਲਾਂ ਇਹਨੂੰ ਇਸ ਤਰ੍ਹਾਂ ਫਾਰਮ ਨੂੰ ਲਿਖ ਲਓ। A ਇਕੁਅਲ ਟੂ ਹੈ VQ + R, ਯਾਨੀ ਕਿ ਡਿਵਾਈਡੈਂਡ ਇਹ ਹੁੰਦਾ ਹੈ, ਡਿਵਾਈਜ਼ਰ ਇਹ ਹੁੰਦਾ, ਕੋਸ਼ੈਂਟ ਇਹ ਹੁੰਦਾ, ਰਿਮਾਈਂਡਰ ਰਿਮਾਈਂਡਰ ਪਲੱਸ ਹੁੰਦਾ। ਤਾਂ ਇੱਥੇ ਸਾਡੇ ਕੋਲ ਜੋ ਡਿਵਾਈਡੈਂਡ ਹੈ ਉਹ ਕਿੰਨਾ ਸੀ 616 ਇਕੁਅਲ ਟੂ ਸਾਡੇ ਕੋਲ ਰਿਮਾਈਂਡਰ ਕਿੰਨਾ ਸੀ 32 ਮਲਟੀਪਲਾਈ ਬਾਈ ਕੋਸ਼ੈਂਟ ਕੋਸ਼ੈਂਟ ਕਿੰਨਾ ਸੀ 19 ਪਲੱਸ ਰਿਮਾਈਂਡਰ ਹੈ ਸਾਡੇ ਕੋਲ 8। ਐਂਡ ਨੈਕਸਟ ਪੁਆਇੰਟ ਇੱਥੇ ਸਾਡੇ ਕੋਲ ਜੋ ਡਿਵਾਈਜ਼ਰ ਸੀ ਉਹ ਸਾਡਾ ਹੁਣ ਡਿਵਾਈਡੈਂਟ ਬਣ ਗਿਆ ਕਿਉਂਕਿ ਇਹਨੂੰ ਅਸੀਂ ਨੇ 32 ਨੂੰ ਵਿੱਚ ਲੈ ਲਿਆ ਨਾ। 32 ਨੂੰ ਜਦ ਅਸੀਂ ਵਿੱਚ ਲੈ ਲੈਂਦੇ ਹਾਂ ਤਾਂ ਇਹ ਸਾਡਾ ਕੀ ਬਣ ਗਿਆ ਡਿਵਾਈਡੈਂਟ ਬਣ ਗਿਆ। ਤਾਂ ਡਿਵਾਈਡੈਂਟ ਨੂੰ ਅਸੀਂ ਬਾਹਰ ਲਿਖਦੇ ਹਾਂ। ਉਸ ਤੋਂ ਬਾਅਦ ਵਿੱਚ ਅਸੀਂ ਲਿਖਾਂਗੇ ਡਿਵਾਈਜ਼ਰ ਨੂੰ ਮਲਟੀਪਲਾਈ ਕਰਾਂਗੇ ਕੋਸ਼ੈਂਟ ਦੇ ਨਾਲ। ਡਿਵਾਈਜ਼ਰ ਸਾਡੇ ਕੋਲ 8 ਇਹਨੂੰ ਮਲਟੀਪਲਾਈ ਕਰਾਂਗੇ 4 ਦੇ ਨਾਲ ਤਾਂ ਇਹ ਕੰਪਲੀਟ ਡਿਵਾਈਡ ਹੋ ਗਿਆ। ਇਟ ਮੀਨਸ ਇੱਥੇ ਰਿਮਾਈਂਡਰ ਕੀ ਆ ਗਿਆ 0। ਜਿੱਥੇ ਰਿਮਾਈਂਡਰ 0 ਆ ਜੇ ਉਸ ਸਮੇਂ ਜੋ ਸਾਡਾ ਡਿਵਾਈਜ਼ਰ ਸੀ ਉਹ ਸਾਡਾ ਕੀ ਹੁੰਦਾ HCF ਹੁੰਦਾ। HCF ਯਾਨੀ ਕਿ ਮੰਮਾ ਸੱਸਾ ਵਾਵਾ ਬਰਾਬਰ ਹੈ 8। ਇਸ ਤਰੀਕੇ ਨਾਲ ਅਸੀਂ ਨੇ ਇਹਨੂੰ ਵਨ ਡੇ ਐਲਗੋਰਿਦਮ ਵਿਧੀ ਦੇ ਨਾਲ ਹੱਲ ਕਰ ਲਿਆ। ਤੁਸੀਂ ਇਸ ਸਵਾਲ ਨੂੰ ਨੋਟ ਵੀ ਕਰ ਸਕਦੇ ਹੋ। ਫੋਰਥ ਪਾਰਟ ਦੀ ਸਟੇਟਮੈਂਟ ਹੈ ਕਿ ਯੂਜ਼ ਐਲਗੋਰਿਦਮ ਡਿਵੀਜ਼ਨ ਲੈਮਾ ਟੂ ਸ਼ੋ ਦੈਟ ਸਕੁਅਰ ਆਫ ਐਨੀ ਪੋਜ਼ਿਟਿਵ ਇੰਟੀਜ਼ਰ ਇਜ਼ ਆਈਦਰ ਆਫ ਫॉर्म 3m or 3m + 1 for some integers m। ਭਾਵ ਅਸੀਂ ਨੇ ਸ਼ੋ ਕੀ ਕਰਨਾ ਹੈ ਕਿ ਇੱਥੇ ਜੇਕਰ ਅਸੀਂ ਪੋਜ਼ਿਟਿਵ ਇੰਟੀਜ਼ਰ ਦੀ ਸਕੁਅਰ ਕਰ ਦਿੰਦੇ ਹਾਂ ਵਰਗ ਕਰ ਦਿੰਦੇ ਹਾਂ ਤਾਂ ਉਹ ਹਮੇਸ਼ਾ 3m + 1 ਦੇ ਫਾਰਮ ਵਿੱਚ ਹੀ ਰਹਿੰਦਾ ਹੈ ਜਿੱਥੇ m ਕੋਈ ਸੰਪੂਰਨ ਸੰਖਿਆ ਹੈ। ਤਾਂ ਇਸ ਨੂੰ ਅਸੀਂ ਸੋਲਵ ਕਰਨ ਦੇ ਲਈ ਅਸੀਂ ਮੰਨ ਕੇ ਚੱਲਾਂਗੇ। ਸਭ ਤੋਂ ਪਹਿਲਾਂ ਜੋ ਐਲਗੋਰਿਦਮ ਦੇਖੋ ਸਾਡੇ ਕੋਲ x ਬਰਾਬਰ 3m ਦਿੱਤਾ ਹੋਇਆ ਹੈ। ਠੀਕ ਹੈ ਜੀ, ਤਾਂ ਇਹ ਸਾਨੂੰ ਗਿਵਨ ਹੈ। ਇਸ ਤਰ੍ਹਾਂ ਲੈਟ ਕਰ ਲਓ, ਮੰਨ ਲਓ ਲੈਟ ਹੀ ਕਰ ਲਓ ਲੈਟ ਤੇ a equals to we know that a equals to bq + r ਮੀਨਸ ਜਦ ਅਸੀਂ ਇਹਨੂੰ ਕੰਪੇਅਰ ਕਰਾਂਗੇ ਤਾਂ ਸਾਡੇ ਕੋਲ ਇੱਥੇ ਹੋਵੇਗਾ v ਬਰਾਬਰ ਕੀ ਹੋਵੇਗਾ 3। ਇਸ ਲਈ ਸੰਭਾਵਿਤ ਬਾਕੀ ਜੋ ਬਾਕੀ ਸੰਭਾਵਿਤ ਨੇ ਹੋ ਸਕਦੇ ਨੇ। ਦੇਖੋ b ਦਾ ਮੁੱਲ 3 ਹੈ ਤਾਂ ਬਾਕੀ ਨੇ ਜਿਹੜੇ ਹਮੇਸ਼ਾ ਉਹ 3 ਤੋਂ ਹੇਠਾਂ ਹੀ ਹੋਣਗੇ ਯਾਨੀ ਕਿ ਛੋਟੇ ਹੋਣਗੇ। 0 ਹੋ ਸਕਦਾ ਹੈ, 1 ਹੋ ਸਕਦਾ ਹੈ, 2 ਹੋ ਸਕਦਾ ਹੈ। ਇਟ ਮੀਨਸ ਕਿ ਜੋ ਰਿਮਾਈਂਡਰ ਹੋਣਗੇ ਰਿਮਾਈਂਡਰ ਹੋ ਸਕਦੇ ਨੇ ਪੋਸੀਬਲ ਰਿਮਾਈਂਡਰ ਕਹਿ ਸਕਦੇ ਹਾਂ ਅਸੀਂ। ਪੋਸੀਬਲ ਰਿਮਾਈਂਡਰ ਹੋਣਗੇ ਜਿਹੜੇ ਉਹ ਹੋਣਗੇ 0 1 2। ਇਹ ਦੋਨੋਂ ਲੈਂਗੁਏਜ ਦੇ ਵਿੱਚ ਅਸੀਂ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਦੋਨੋਂ ਸਟੂਡੈਂਟਸ ਦੇ ਮਾਈਂਡ ਦੇ ਵਿੱਚ ਇਹ ਗੱਲ ਚੰਗੇ ਤਰੀਕੇ ਨਾਲ ਫਿੱਟ ਹੋ ਸਕੇ। ਹਾਂਜੀ, ਉਸ ਤੋਂ ਬਾਅਦ ਅੱਗੇ ਨੂੰ ਅਸੀਂ ਸੋਲਵ ਕਰਾਂਗੇ ਤਾਂ ਸਾਡੇ ਕੋਲ ਇੱਥੇ ਪੋਸੀਬਲ ਰਿਮਾਈਂਡਰ ਇਹ ਨੇ। ਤਾਂ ਸਭ ਤੋਂ ਪਹਿਲਾਂ ਜੋ ਫਸਟ ਪੁਆਇੰਟ ਲੈ ਕੇ ਚੱਲਾਂਗੇ ਅਸੀਂ ਦੇਖੋ x ਬਰਾਬਰ x ਇਜ਼ ਇਕੁਅਲ ਟੂ ਹੈ x ਇਜ਼ ਇਕੁਅਲ ਟੂ 3q ਇੱਥੇ ਰਿਮਾਈਂਡਰ ਅਸੀਂ ਮੰਨ ਕੇ ਚੱਲੋ 0 ਲੈ ਲਿਆ। ਫਸਟ ਆਫ ਆਲ ਅਸੀਂ 0 ਰਿਮਾਈਂਡਰ ਯੂਜ਼ ਕਰ ਲਿਆ ਕਿਉਂਕਿ ਦੇਖੋ ਅਸਲੀ ਫਾਰਮ ਇਹ ਹੈ ਤੇ ਉਸ ਤੋਂ ਬਾਅਦ ਇੱਥੇ ਰਿਮਾਈਂਡਰ 0 ਯੂਜ਼ ਕਰ ਲਿਆ। ਤਾਂ ਹੁਣ ਅਸੀਂ ਕੀ ਕਰਾਂਗੇ ਦੋਨੋਂ ਪਾਸੇ ਵਰਗ ਕਰਨ ਤੇ ਯਾਨੀ ਕਿ ਇੰਗਲਿਸ਼ ਦੇ ਵਿੱਚ ਵੀ ਲਿਖ ਦਿੰਦੇ ਅਸੀਂ ਸਕੁਅਰਿੰਗ
both side, squaring both sides, both sides ਦੇ ਉੱਤੇ ਸਕੇਅਰ ਕਰਨ ਤੇ ਸਾਨੂੰ ਕੀ ਮਿਲੇਗਾ, ਦੇਖੋ ਇੱਥੇ ਸਾਨੂੰ ਪ੍ਰਾਪਤ ਹੋਵੇਗਾ x ਸਕੇਅਰ ਇਕੁਅਲ ਟੂ 3q the whole square means x square is equal to है 9q square। ਤਾਂ ਇੱਥੇ ਅਸੀਂ q square ਨੂੰ ਕੀ ਲਿਖ ਸਕਦੇ ਹਾਂ, q square ਨੂੰ q square ਲਿਖਾਂਗੇ, 9 ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ठीक है जी। 9 देखो 3 into 3 भी लिख सकते हैं, ठीक है जी, इस तरीके नाल। तो उस तो बाद जिहड़ा ये है तो इत्थे ब्रैकेट दे विच एक गल भी लिखियो, मन लो 3q स्क्वायर इक्वल टू m1, इहनूं असीं की मान लिया, m1 लैट कर लिया। देखो हुण असीं ने 3q स्क्वायर नूं m1 लैट कर लिया, इट मीनस यही की बन गया 3m1 बन गया, ठीक है जी। इहनूं इक्वेशन नंबर 1 लैट कर लो। इंग्लिश वाले किस तरह लिखेंगे, लेट 3q स्क्वायर इज इक्वल टू m1, ठीक है जी, इस तरीके नाल। उस तो बाद असीं सैकेंड पॉइंट हल करांगे इसका जो सैकेंड पॉइंट होगा, देखो x इक्वल्स टू 3q है, वट असीं इत्थे रिमाइंडर की लैट कर लिया 1, क्योंकि रिमाइंडर साडे कोल पॉसीबल 0 1 एंड 2 नहीं ना, तो इत्थे असीं सैकेंड रिमाइंडर लैट कर लिया 1, तो इक्वेशन यही बन गई। तो उस तो बाद असीं की लिखांगे, दोनों पासे वर्ग करन ते यानी कि स्केयरिंग बोथ साइड्स के उत्ते जब असीं स्केयरिंग करांगे तो सानू प्राप्त होवेगा x स्केयर इज इक्वल टू 3q प्लस 1 दी होल स्केयर। इट मीन्स x स्केयर इज इक्वल टू 9q स्केयर प्लस 1 प्लस 6q, ठीक है जी। इस तरीके नाल सानू ये अंक प्राप्त होणगे। तो इत्थे असीं की कर सकते हैं, x स्केयर इज इक्वल टू इत्थे q वाली फॉर्म दे विचों असीं कॉमन कड्डांगे 3, तो इत्थे साडे कोल q स्केयर बचेगा तो इत्थे q बचेगा, ठीक है जी। अब असीं इहदे विचों 3 कॉमन कड्डांगे, ओनली 3 कड्डणे, नाल q नहीं कड्डना, तो ओनली 3 कॉमन कड्डांगे तो इत्थे 3q स्केयर बच गया, तो इत्थे बच गया 2q एंड प्लस 1। तो उही प्रोसैस असीं दोबारा करांगे, मन लो 3q स्केयर प्लस 2q बराबर m2, भाव के लैट 3q स्केयर इंग्लिश वाले लईए 2q इक्वल्स टू m2। जद यही असीं ने मान लिया कि यही जो यही है साडे कोल, यह सब यह साडे कोल m2 दे इक्वल है, इट मीनस साडे कोल की प्रोसैस बन गया, साडे कोल 3, यह सारा की बन गया साडे कोल m2 प्लस 1। तो इत्थे जो साडे कोल अगे स्टेटमेंट बनी वो बन गई जी 3m1 प्लस 1, इनू असीं सैकेंड नंबर इक्वेशन लैट कर लैंदे, ठीक है जी। इस तरह साडे कोल सैकेंड नंबर इक्वेशन भी बन गई है। तो इत्थे हुण असीं अगे इहदा थर्ड पॉइंट हल करांगे। थर्ड पॉइंट दे विच असीं करांगे x बराबर 3q प्लस रिमाइंडर कितना है साडे कोल 2। तो इत्थे असीं सेम प्रोसैस करांगे, स्केयरिंग करांगे, x स्केयर इक्वल्स टू स्केयरिंग करांगे तो 9q स्केयर बनेगा 4 बनेगा। उस तो बाद इत्थे साडे कोल अगे 12q बन जाएगा। एक बार इहनूं तुसीं खुद दे अकॉर्डिंग भी करके देख लिओ, x स्केयर इज इक्वल टू, बार इहनूं सारे लिख लो, q स्केयर प्लस 12q प्लस 3 प्लस 1, इस तरह लिख सकते नो प्रॉब्लम। एक्स स्केयर इज इक्वल टू, तो ये ओनली असीं 3 कॉमन कर सकते हैं, तो इत्थे बच के 3q स्केयर प्लस 4q प्लस 1 एंड प्लस 1। तो इत्थे असीं अगे सेम प्रोसैस करांगे, मन लो 3q स्केयर प्लस 4q प्लस 1 इक्वल टू m3। तो इत्थे साडे कोल बन गया एक्स स्केयर इज इक्वल टू 3m3 प्लस 1। तो इनू असीं थर्ड नंबर इक्वेशन लैट कर लिया। तो हुण फस्ट ऑफ ऑल इक्वेशनस देखो कि फस्ट इक्वेशन साडे कोल यही बनी सी 3m बनदी। उस तो बाद सैकेंड इक्वेशन सी जिहड़ी साडे कोल ओह बनी सी जी यही कि एक्स स्केयर इक्वल्स टू 3m प्लस 1। तो यही बनी सी साडे कोल एक्स, सॉरी यह 2 दी बनेगी, m2 दी 3m2 दी 3m2 प्लस 1 दी बनेगी। उस तो बाद जो थर्ड इक्वेशन बनेगी वह बनेगी 3m3
प्लस 1 दी। ਤਾਂ ਇਕੁਏਸ਼ਨ 1 2 ਐਂਡ 3 ਤੋਂ ਸਮੀਕਰਨ 1 2 ਅਤੇ 3 ਤੋਂ ਸਾਨੂੰ ਕੀ ਸਿੱਧ ਹੁੰਦਾ ਹੈ? ਸਮੀਕਰਨ 1 2 ਐਂਡ 3 ਤੋਂ ਸਾਨੂੰ ਸਿੱਧ ਹੁੰਦਾ ਹੈਗਾ ਕਿ ਫਰੋਮ ਇਕੁਏਸ਼ਨ 1 2 ਐਂਡ 3 1 2 ਐਂਡ 3 ਇਕੁਏਸ਼ਨ ਤੋਂ ਸਾਨੂੰ ਪ੍ਰੂਵ ਹੁੰਦੀ ਹੈ ਇਹ ਗੱਲ ਕਿ ਇਹ ਹਮੇਸ਼ਾ M1 ਠੀਕ ਹੈ ਜੀ 3M1 3M2 plus 1 and 3M3 plus 2 ਇਹਦੀ ਫਾਰਮ ਦੇ ਵਿੱਚ ਹੀ ਹੋਣਗੇ ਹਮੇਸ਼ਾ। ਠੀਕ ਹੈ ਜੀ, ਆਈਦਰ ਆਫ ਫਾਰਮ ਦੇ ਵਿੱਚ ਹੀ ਹੋਣਗੇ ਇਹ ਜਦ ਅਸੀਂ ਇਸ ਦੀ ਸਕੇਅਰਿੰਗ ਕਰਾਂਗੇ। ਤਾਂ ਇਹੀ ਚੀਜ਼ ਅਸੀਂ ਇੱਥੇ ਸਿੱਧ ਕਰਨੀ ਸੀ ਕਿ ਇਹ ਹਮੇਸ਼ਾ ਇਸ ਦੀ ਫਾਰਮ ਦੇ ਵਿੱਚ ਹੁੰਦਾ ਜਾਂ ਨਹੀਂ। ਇੱਥੇ 1 ਹੀ ਹੋਵੇਗਾ, ਐਂਡ ਦੇ ਵਿੱਚ ਵੀ M3 ਤੇ ਵੀ ਇਹ 1 ਹੀ ਬਣਿਆ ਸੀ ਨਾ, ਤਾਂ ਇਹ ਹਮੇਸ਼ਾ ਇਸ ਦੀ ਫਾਰਮ ਵਿੱਚ ਹੀ ਹੋਵੇਗਾ ਜਦ ਅਸੀਂ ਸਕੇਅਰਿੰਗ ਕਰਾਂਗੇ। ਤਾਂ ਅੰਤ ਵਿੱਚ ਤੁਸੀਂ ਹੈਂਸ ਪ੍ਰੂਵ ਜ਼ਰੂਰ ਲਿਖ ਦਿਓ, ਜੇਕਰ ਪ੍ਰੂਵ ਕਰਨ ਦੇ ਵਿੱਚ ਆਉਂਦਾ ਇਹ ਹੈਂਸ ਪ੍ਰੂਵ, ਜਾਂ ਫਿਰ ਲਿਖ ਸਕਦੇ ਹੋ ਵੀ ਅਸੀਂ ਨੇ ਸਿੱਧ ਕੀਤਾ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਸਵਾਲ ਅਸੀਂ ਸੋਲਵ ਕਰ ਲਿਆ ਹੈ।